ਭਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਸੋ ਕਹੋ ਢਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸਹਿ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰੇ ਹਰਸੋਂ ਕੁਰਸੋਂ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੈ ਸਰੀ ਮਹਲਾ ਚੌਥਾ। ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ ਤਿਨ ਸੁਣੀ ਦੇ ਫਿਰੈ ਬਿਨ ਨਾਵੈ ਓਏ ਖਪ ਖਪ ਮੂਏ ਕਰਾਂਜਾ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ ਤਿਨ ਸੁਣੀ ਦੇ ਫਿਰੈ ਬਿਨ ਨਾਵੈ ਓਏ ਖਪ ਖਪ ਮੂਏ ਕਰਾਂਜਾ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾਓ ਹਰ ਕੀਰਤ ਕਲ ਜੁਗ ਪਦ ਊਤਮ ਹਰ ਪਾਈਐ ਸਤ ਗੁਰ ਮਾਝਾ ਹਉ ਬਲਿਹਾਰੀ ਸਤ ਗੁਰ ਆਪਣੇ ਜਿਨ ਗੁਪਤ ਨਾਮ ਪਰਗਾਜਾ ਦਰਸ਼ਨ ਸਾਧ ਮਿਲਿਓ ਵਡ ਭਾਗੀ ਸਭ ਕਿਲ ਵਿਖ ਗਏ ਗਵਾਜਾ ਸਤਿਗੁਰ ਛਾਹੁ ਪਾਇਆ ਵਡ ਦਾਣ ਹਰ ਕੀਏ ਬਹੁ ਗੁਣ ਸਾਂਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ
ਲੇਖਾ ਸਮਝਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਹੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਮਿਹਰਾਂ ਦੇ ਸਾਈਂ, ਬਖਸ਼ਿਸ਼ਾਂ ਦੇ ਭੰਡਾਰ, ਵਾਲੀਏ ਕੁਲ ਆਲਮ, ਰਾਜ਼ਾਨ ਰਾਜ, ਪਾਨਾਨ ਪਾਨ, ਦੇਵਾਨ ਦੇ, ਉਪਮਾ ਮਹਾਨ। ਧੰਨ 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 ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੀ ਪਾਵਨ ਪਵਿੱਤਰ ਮੁਕੱਦਸ ਗੋਦ ਅੰਦਰ ਹਾਜ਼ਰੀਨ ਹੋਏ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਵਡਭਾਗੇ ਹਾਂ ਭਾਈ ਗੁਰਦੇਵ ਨੇ ਇਹ ਸਤਸੰਗ ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ। ਬਹੁਤ ਹੀ ਰਸ ਭਿੰਨੀ ਆਵਾਜ਼ ਦੇ ਵਿੱਚ ਭਾਈ ਗੁਰਪ੍ਰੀਤ ਸਿੰਘ ਬਠਿੰਡੇ ਵਾਲੇ, ਤਿੰਨਾਂ ਦੇ ਸਮੁੱਚੇ ਰਾਗੀ ਜਥੇ ਪਾਸੋਂ ਸੰਪੂਰਨ ਆਸਾ ਕੀ ਵਾਰ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਅੱਜ ਅੰਮ੍ਰਿਤ ਵੇਲੇ ਤਖਤਾਂ ਦੇ ਉੱਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਜੀਵਨ ਦੀ ਸੇਧ ਇਸ ਸੰਸਾਰ ਨੂੰ ਮੇਰੇ ਦਾਤੇ ਨੇ ਬਖਸ਼ਿਸ਼ ਕੀਤੀ ਹੈ, ਜੈਤਸਰੀ ਰਾਗ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ ਦੁਆਰਾ ਬਖਸ਼ਿਸ਼ ਕੀਤਾ ਹੋਇਆ ਇਹ ਰੱਬੀ ਹੁਕਮ, ਇਹ ਰੱਬੀ ਵਾਕ, ਜੋ ਕਿ ਪਾਵਨ ਅੰਗ 697 ਅਤੇ 98 ਦੇ ਉੱਤੇ ਸੁਭਾਏਮਾਨ ਹੈ। ਹਜ਼ੂਰ ਸਤਿਗੁਰੂ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ ਮੇਰਾਂ ਦੇ ਸਾਈਂ ਰਹਾਉ ਵਾਲੇ ਬੰਦ ਵਿੱਚ ਜੋ ਰੱਬੀ ਮਿਹਰਾਮਤ ਕਿਰਪਾ ਬਖਸ਼ਿਸ਼ ਕਰ ਰਹੇ ਨੇ, ਸੰਬੋਧਨ ਮਨ ਨੂੰ ਹੈ। ਮੇਰੇ ਮਨ ਜਪ ਰਾਮ ਨਾਮ ਹਰ ਮਾਝਾ। ਹੇ ਭਾਈ, ਮਨ ਕਰਕੇ ਉਸ ਅਕਾਲ ਪੁਰਖ ਪਰਿਪੂਰਨ ਪਰਮੇਸ਼ਰ ਦੇ ਸਿਮਰਨ ਨਾਲ ਜੁੜਨਾ ਕਰ, ਜਿਹੜਾ ਤੇਰੇ ਹਿਰਦੇ ਦੇ ਵਿੱਚ ਵਸਦਾ ਹੈ, ਜਿਸ ਨੇ ਟਿਕਾਣਾ ਤੇਰੀ ਜਿੰਦ ਦੇ ਵਿੱਚ, ਤੇਰੇ ਹਿਰਦੇ ਦੇ ਵਿੱਚ ਕੀਤਾ ਹੋਇਆ ਹੈ। ਗੁਰੂ ਪਿਆਰੀ ਸਾਧ ਸੰਗਤ, ਇਸ ਨੁਕਤੇ ਨੂੰ ਸਮਝਣ ਵਾਸਤੇ ਸਿਰਫ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ। ਜਦੋਂ ਆਪਾਂ ਜਪਜੀ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਵਿੱਚ ਹਜ਼ੂਰ ਸਤਿਗੁਰੂ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੇ ਇਹ ਬਚਨ ਦੁਹਰਾਉਂਦੇ ਹਨ, ਤੁਹਾਨੂੰ ਯਾਦ ਨੇ ਸਾਰਿਆਂ ਨੂੰ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲ ਲਾਹੇ, ਤਾਕੇ ਅੰਤ ਨਾ ਪਾਏ ਜਾਏ। ਦੂਜੀ ਬੇਨਤੀ, ਜਦੋਂ ਆਪਾਂ ਰਹਿਰਾਸ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਨਾਲ ਜੁੜਦੇ ਹਾਂ ਤਾਂ ਹਜ਼ੂਰ ਇਹ ਬਖਸ਼ਿਸ਼ ਕਰਦੇ ਨੇ, ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਅੱਗੇ ਰਹਾਉ ਵਾਲਾ ਬੰਦ ਹੈ, ਵੱਡੇ ਮੇਰੇ ਸਾਹਿਬਾ
गहर गंभीरा गुणी गहीरा, कोए ना जाने तेरा केता केवड़ चीरा। एक प्रमाण आपां होर गुरु अमरदास पातशाह जी महाराज की पावन पवित्र बाणी विचों पढ़ते चलीए, जिहदे विच हजूर ने बख्शिश की। महाराज कहन लगे, अगम अगोचरा तेरा अंत ना पाया, अंतो ना पाया किन्ने तेरा, अपना आप तू जाने। जी जंत सब खेल तेरा, क्या को आख वखाणे। आखै तां वेखै सब तू है, जिन जगत उपाया। ये जिन्ने प्रमाण आपां गुरु ग्रंथ साहब की पावन पवित्र बाणी विचों पढ़े ने, सुने ने, समझे ने, सारियां दा भाव की है? रब बहुत वड्डा है। ते ये बचन गुरु ग्रंथ साहब दे विचों ही ने, ते किरपा गुरु अर्जन साहब दी है। कहन लगे भी मैं बड़ा हैरान हाँ, जे रब एडा वड्डा है, जे रब अगम अगोचरा है, ते मैनू कोई संसार दा बंदा ये गल समझाएगा भी वो फिर एक 5-4 फुट के बंदे दे विच किवें आके बह गया जे बहुत वड्डा है। पंक्ति है गुरु अर्जन साहब दी, जे ठाकुर को सुनत अगाध बोध। जड़े ठाकुर दे बाबर सुनते हैं वो बड़ा अगाध बोध है। तो फिर भाई ये किवें पॉसीबल होया? सो हृदय गुर दया, वो मनुख दे हिरदे विच घर बना के आसन ला के बह गया। तो ये कोई शक नहीं है। जदों आपां आसा दी वार विच धन सतगुरु श्री गुरु नानक साहब की किरपा बख्शिश दे ये वचन पढ़ते हैं ना, आपीनै आप साजिओ, आपीनै रचिओ नाओ, दुई कुदरत साजी है। अगे की है जी पाठ? कर आसन डिठो जाओ। किसी वेले ना बंदा कोई काम कर बैठा तो बाद च मजबूर होंदा भी मजबूरी च होया, पर हजूर कहन लगे निरंकार नू दुनिया बना के चाह सी, वो चाह दे नाल इहदे विच बैठा होया, इहदे विच विद्यमान है। ते जदों आपां दसम पिता दी पावन पवित्र बाणी विचों ये वचन दोहराउंदे आ कि भाई सिखा ये चेते रखी, चींटी ते कुंचर अस्थूला, सब पर कृपा दृष्ट कर फूला। कहन लगे कल्ले मनुख दी गल नहीं, कीड़ी तो लैके हाथी तक सारियां दे विच ओ मालक एक रस विद्यमान है, सुभाएमान है। फिर मेरी बेनती वाल ध्यान दिया जे, साडा जिहड़ा रहाऊ वाला बंद है उहदे विच हजूर सच्चे पातशाह जी महाराज अज किरपा बख्शिश कर रहे ने। गुरु रामदास जी महाराज, भाई तेरे हिरदे दे विच जिहड़ा अकाल पुरख परिपूर्ण परमेश्वर वस रहा है, तू मन करके उस दे नाम नू ध्याना कर। ते धन सतगुरु श्री गुरु ग्रंथ साहब दे विचों पहला नुकता आपां ये समझिया, वो परमेश्वर अगम है, अगोचर है, बेअंत है, गहर गंभीर है, ताकि अंत ना पाए जाहे। इथों तक भी बचन गुरु ग्रंथ साहब दे विच मेरे महाराज ने किरपा की। इस तो अगला पड़ा गुरु अर्जन साहब पातशाह जी महाराज का ये वचन भी किड्डी विलखण किरपा है। जिस ठाकुर दे बाबत सुनते सां बहुत वड्डा है, बेअंत है, अगाध बोध है। ते ओदी एक होर विलखणता वेखो कि वो हर हिरदे दे विच एक रस विद्यमान है। मेरी बेनती नूं सुनिया जे ध्यान नाल साध संगत, संसार दे हर बीज विच, बीज समझदे मैं, सीड जिन्हों आपां कहने आ, दरखत दा होवे, फसल दा होवे, बीज, संसार दे हर बीज विच दरखत वाले मुकम्मल गुण मौजूद ने, पर हर बीज नूं दरखत बनन दा सुभाग नहीं प्राप्त होंदा। हर जन्म लैन वाले इंसान दे विच रब वाले मुकम्मल गुण मौजूद ने, पर हर बंदे नूं
ਰੱਬ ਬਣਨ ਦਾ ਸੁਭਾਗ ਨਹੀਂ ਪ੍ਰਾਪਤ ਹੁੰਦਾ। ਜੇ ਇੱਕ ਬੀਜ ਨੇ ਦਰਖਤ ਬਣਨਾ ਹੈ ਤੇ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ ਇੱਕ ਲੰਬਾ ਪ੍ਰੋਸੈਸ ਹੈ ਜਿਹਦੇ ਵਿੱਚੋਂ ਬੀਜ ਨੂੰ ਲੰਘਣਾ ਪਏਗਾ। ਪਹਿਲਾਂ ਆਪਣੇ ਆਪ ਨੂੰ ਧਰਤੀ ਦੇ ਵਿੱਚ ਦਫਨਾਉਣਾ ਪਵੇਗਾ। ਮਨੁੱਖ ਵਾਸਤੇ ਇਹ ਗੱਲ ਬਹੁਤ ਮੁਸ਼ਕਲ, ਡਾਢੀ ਤੇ ਔਖੀ ਹੈ ਤੇ ਇਹ ਗੱਲ ਗੁਰੂ ਗ੍ਰੰਥ ਸਾਹਿਬ ਨੇ ਵਾਰ-ਵਾਰ ਸਮਝਾਈ ਹੈ। ਜੇ ਤੂੰ ਆਪਣਾ ਆਪ ਮਿਟਾ ਲਵੇਂ, ਜੇ ਤੂੰ ਗੁਰੂ ਦਾ ਹੋ ਜਾਏ ਤੇ ਯਕੀਨ ਕਰੀ ਤੇਰੇ ਜੀਵਨ ਦੇ ਵਿੱਚੋਂ ਰੱਬ ਦਾ ਜ਼ਹੂਰ ਪ੍ਰਗਟ ਹੋ ਜਾਵੇਗਾ। ਭਾਈ ਗੁਰਦਾਸ ਜੀ ਦੀ ਬੜੀ ਕਮਾਲ ਦੀ ਪੌੜੀ ਹੈ ਜਿਨ੍ਹਾਂ ਵਿੱਚ ਕਹਿੰਦੇ ਨੇ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਨਾ, ਸਬਰ ਸਿਦਕ ਸ਼ਹੀਦ ਭਰਮ ਭਉ ਖੋਵਨਾ। ਕਹਿਣ ਲੱਗੇ ਗੁਰੂ ਦੇ ਬਚਨਾਂ ਦੇ ਰਾਹੀਂ ਆਪਣੇ ਆਪ ਨੂੰ ਮੁਰਦਾ ਕਰਨਾ ਕੋਈ ਜਵਾਕਾਂ ਦੀ ਖੇਡ ਨਹੀਂ, ਬੜਾ ਔਖਾ ਹੈ। ਗੱਲਾਂ ਦੇ ਨਾਲ ਨਹੀਂ ਬਣਿਆ ਜਾਣਾ, ਗੱਲਾਂ ਦੇ ਨਾਲ ਨਹੀਂ ਕੀਤਾ ਜਾਣਾ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਨਾ। ਮੇਰੇ ਖਿਆਲ ਦੇ ਵਿੱਚ ਜੇ ਮੁਰੀਦ ਦੀ ਡੈਫੀਨੇਸ਼ਨ, ਪਰਿਭਾਸ਼ਾ ਨੂੰ ਸਮਝਣਾ ਹੈ ਤੇ ਭਾਈ ਲਹਿਣਾ ਜੀ ਦਾ ਜਿਹੜਾ ਜੀਵਨ ਹੈ 7 ਸਾਲਾਂ ਦਾ, 1532 ਤੋਂ ਲੈ ਕੇ 1539 ਤੱਕ, ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ, ਬਾ ਕਮਾਲ ਜੀਵਨ ਹੈ। ਜੇ ਸਿਰ ਦੇ ਉੱਤੇ ਘਾਹ ਦੀ ਪੰਡ ਰੱਖੀ ਤੇ ਕੱਪੜਿਆਂ ਨੂੰ ਨਹੀਂ ਵੇਖਿਆ। ਜੇ ਹਜ਼ੂਰ ਨੇ ਅੱਧੀ ਰਾਤ ਕਿਹਾ ਕਿ ਲਹਿਣਿਆ ਆ ਉੱਠ, ਆਪਾਂ ਕੰਧ ਖੜੀ ਕਰਨੀ ਹੈ। ਜੇ ਹਜ਼ੂਰ ਨੇ ਕਿਰਪਾ ਬਖਸ਼ਿਸ਼ ਕੀਤੀ, ਆਖਿਆ ਭਾਈ ਦੱਸੋ ਕਿੰਨੀ ਰਾਤ ਲੰਘ ਗਈ ਹੈ, ਕਿੰਨੀ ਰਹਿ ਗਈ ਹੈ, ਤੇ ਅਕਲਾਂ ਵਾਲਿਆਂ ਦੇ ਆਪਣੇ ਜਵਾਬ ਨੇ, ਉਹਨਾਂ ਦੀ ਆਪਣੀ ਸਮਝ ਹੈ। ਅੱਜ ਵੀ ਜਿਹੜੇ ਦਿਮਾਗ ਨਾਲ ਧਰਮ ਦੀਆਂ ਗੱਲਾਂ ਕਰਦੇ ਨੇ ਉਹ ਤਰਕ ਵਿਤਰਕ ਦੇ ਰਾਹੀਂ ਸਾਰੀ ਗੱਲ ਨੂੰ ਸਮਝਦੇ ਨੇ। ਪਰ ਜੇ ਅਸੀਂ ਸੱਚੀ ਮੁੱਚੀ ਸ਼ਰਧਾ ਭਾਵਨਾ ਪ੍ਰੇਮ ਸਤਿਕਾਰ ਦੇ ਅਧੀਨ ਹੋ ਕੇ ਇਸ ਪੱਖ ਨੂੰ ਵਿਚਾਰਾਂਗੇ ਨਾ ਤੇ ਯਕੀਨਨ ਅਸੀਂ ਇਸ ਮੰਜ਼ਿਲ ਦੇ ਉੱਤੇ ਪੁੱਜਾਂਗੇ ਜਿਹੜੇ ਬਚਨ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਜੀਵਨ ਦੇ ਵਿੱਚ ਦ੍ਰਿੜ ਕਰਵਾਏ, ਤੇ ਸਾਡੇ ਜਵਾਬ ਵੀ ਉਸੇ ਤਰ੍ਹਾਂ ਦੇ ਹੋਣਗੇ ਜੇ ਭਾਈ ਲੈਣੇ ਦੇ ਸੀਗੇ। ਰਾਤ ਕਿੰਨੀ ਲੰਘ ਗਈ ਹੈ, ਕਿਸੇ ਨੇ ਕਿਹਾ ਜੀ 12 ਵੱਜ ਗਏ ਨੇ। ਇੱਕ ਹੁਣ ਗੱਲ ਇਹ ਵੀ ਗਲਤ ਨਹੀਂ ਹੈਗੀ, ਪਰ ਧਾਰਮਿਕ ਆਸਥਾ ਰੱਖਣ ਵਾਲਾ, ਭਾਵਨਾ ਵਾਲਾ, ਉਹਦੇ ਬੋਲ ਕੀ ਨੇ? ਉਹ ਪਿਆਰ ਸ਼ਿੱਦਤ ਵਿੱਚ ਭੇਜ ਕੇ ਕਹਿਣ ਲੱਗਾ, ਦਾਤਾ ਰਾਤ ਓਨੀ ਲੰਘ ਗਈ ਏ ਜਿੰਨੀ ਤੁਸਾਂ ਲੰਘਾ ਲਈ, ਰਾਤ ਓਨੀ ਰਹਿ ਗਈ ਏ ਜਿੰਨੀ ਤੁਸਾਂ ਰੱਖ ਲਈ। ਇਹ ਮੁਰੀਦ ਦੀ ਪਰਿਭਾਸ਼ਾ। ਕਿਹੜਾ ਬੰਦਾ ਕਹਿੰਦਾ ਹੈ ਵੀ ਅੱਧੀ ਰਾਤ ਨੂੰ ਕੰਧ ਖੜੀ ਕਰਨ ਦੀ ਲੋੜ ਹੈ? ਸਾਡੇ ਵਰਗੇ ਅਕਲਾਂ ਵਾਲੇ ਹੁੰਦੇ ਤੇ ਉਹਨਾਂ ਇੱਕੋ ਦਮ ਕਹਿਣਾ ਸੀ, ਮਹਾਰਾਜ ਦਿਨ ਵੀ ਤੇ ਚੜ੍ਹਨਾ ਹੀ ਹੈ, ਸਵੇਰ ਹੋਣੀ ਹੈ, ਜੇ ਹੁਣ ਰਾਤ ਨੂੰ ਉਹਨੂੰ ਖੜਿਆ ਕਰਨ ਦੀ ਕੀ ਲੋੜ ਹੈ? ਤੇ ਮੈਨੂੰ ਮਾਫ ਕਰਿਆ ਜੇ ਜਦੋਂ ਕੋਈ ਵੀ ਦੁਨੀਆ ਦਾ ਬੰਦਾ ਆਪਣੀ ਅਕਲ ਦੇ ਨਾਲ ਧਰਮ ਨੂੰ, ਗੁਰੂ ਨੂੰ ਦੱਸਣ ਟੁਰੇਗਾ ਤੇ ਫਿਰ ਉਹਦਾ ਹਾਲ ਉਹੋ ਹੀ ਹੋਏਗਾ ਜਿਹੜੀ ਗੁਰੂ ਅਰਜਨ ਸਾਹਿਬ ਜੀ ਨੇ ਸੁਖਮਣੀ ਸਾਹਿਬ ਦੇ ਵਿੱਚ ਕਿਰਪਾ ਕੀਤੀ। ਆਖਿਆ ਤਜੋ ਸਿਆਣਪ ਸੁਰਜਨੋ। ਇਹ ਸੌਖਾ ਨਹੀਂ ਹੈਗਾ ਉਹਦੀ ਅਕਲ ਨੂੰ ਪਾਸੇ ਰੱਖਣਾ, ਤੇ ਜਿੰਨੀ ਦੇਰ ਤੱਕ ਆਪਣੀ ਅਕਲ ਨੂੰ ਪਾਸੇ ਨਹੀਂ ਰੱਖਾਂਗੇ ਉਨੀ ਦੇਰ ਤੱਕ ਗੁਰੂ ਦੀ ਮੱਤ ਦੇ ਅਸੀਂ ਧਾਰਨੀ ਨਹੀਂ ਹੋ ਸਕਦੇ। ਗੁਰੂ ਦੀ ਮੱਤ ਆਣੀ ਉਦੋਂ ਹੈ, ਕੀ ਸ਼ਬਦ ਹੈ ਜੀ, ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਜਦੋਂ ਭਾਈ ਤੂੰ ਹੈ ਫਿਰ ਰੱਬ ਨਹੀਂ ਹੈਗਾ, ਤੇ ਜੇ ਰੱਬ ਹੈ ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਜਿਹੜੀ ਮੈਂ ਬੇਨਤੀ ਕਰਨ ਲੱਗਾ ਸਾਂ, ਸਮੁੱਚੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਗੱਲ ਨੂੰ ਇਸ ਢੰਗ ਨਾਲ ਸੰਸਾਰ ਦੇ ਸਪੁਰਦ ਕੀਤਾ ਗਿਆ, ਤੇ ਇਹ ਸਵਾਲ ਭਗਤ ਨਾਮਦੇਵ ਜੀ ਦੇ ਸਨਮੁਖ ਆਇਆ। ਦੁਨੀਆ ਦੇ ਲੋਕ ਕਹਿਣ ਲੱਗੇ ਭਗਤ ਨਾਮਦੇਵ ਬੜਾ ਔਖਾ ਹੈ, ਤੁਸੀਂ ਕਹਿੰਦੇ ਤੇ ਹੋ ਵੀ ਇੱਕ ਰੱਬ ਨਾਲ ਜੁੜੋ, ਇੱਕ ਰੱਬ ਦੀ ਪੂਜਾ ਕਰੋ,
ਤੁਸੀਂ ਘੱਟੋ ਘੱਟ ਸਾਨੂੰ ਸਮਝਾਓ ਤੇ ਸਹੀ, ਦੱਸੋ ਤੇ ਸਹੀ ਵੀ ਐਡਾ ਸੰਸਾਰ, ਐਡਾ ਪਸਾਰਾ। ਵੈਸੇ ਸੱਚੀ ਮੁੱਚੀ ਗੱਲ ਜਿਹੜੀ ਸਾਇੰਸ ਅੱਜ ਜਿਹੜੇ ਪੜਾਅ ਦੇ ਉੱਤੇ ਪਹੁੰਚ ਗਈ ਹੈ ਨਾ, ਉਹ ਇਸ ਗੱਲ ਦੀ ਤਰਜਮਾਨੀ ਕਰਦੇ ਨੇ ਵੀ ਇਹੋ ਜਿਹੀ ਪਤਾ ਨਹੀਂ ਕਿੰਨੀਆਂ ਦੁਨੀਆਂ ਹੈਗੀਆਂ ਨੇ। ਜਿਹੜੇ ਗਲੋਬ, ਜਿਹੜੇ ਬ੍ਰਹਿਮੰਡ ਵਿੱਚ ਅਸੀਂ ਰਹਿ ਰਹੇ ਹਾਂ, ਰੱਬ ਇੱਥੇ ਮੁੱਕ ਨਹੀਂ ਗਿਆ ਜਾਂ ਇੱਥੇ ਖਤਮ ਨਹੀਂ ਹੋ ਗਿਆ। ਉਹ ਆਪਣੀ ਮੌਜ ਦੇ ਵਿੱਚ ਉਹਨੇ ਕਿੱਡੀ ਕੁ ਖੇਡ ਰਚਾਈ ਹੋਈ ਹੈ। ਬੰਦੇ ਦੇ ਗਿਆਨ ਇੰਦਰੇ, ਬੰਦੇ ਦੇ ਕਰਮ ਇੰਦਰੇ ਸੱਚੀ ਮੁੱਚੀ ਉਸ ਅਪਹੁੰਚ ਦੀ ਪਕੜ ਤੋਂ ਬੜਾ ਉਰਾਂ ਨੇ, ਬੜੇ ਹੌਲੇ ਨੇ। ਤੇ ਫਿਰ ਬੇਨਤੀ ਵੱਲ ਧਿਆਨ ਦਿਆ ਜੇ। ਭਗਤ ਨਾਮਦੇਵ ਜੀ ਕਹਿਣ ਲੱਗੇ, ਸੱਜਣੋ ਬਹੁ ਮੇਰੇ ਕੋਲ, ਮੈਂ ਤੁਹਾਨੂੰ ਦੱਸਣਾ ਇਕੱਲਾ ਰੱਬ ਸਮੁੱਚੇ ਸੰਸਾਰ ਦੀ ਖੇਡ ਨੂੰ ਕਿਵੇਂ ਸੰਭਾਲ ਰਿਹਾ ਹੈ ਤੇ ਕਿਵੇਂ ਕੱਲੇ ਕੱਲੇ ਜੀ ਦੇ ਵਿੱਚ ਉਹ ਬੈਠਾ ਹੋਇਆ ਹੈ। ਸ਼ਬਦ ਦੀਆਂ ਪੰਕਤੀਆਂ ਪ੍ਰਾਰੰਭ ਹੋਈਆਂ। ਹਜ਼ੂਰ ਕਹਿਣ ਲੱਗੇ, ਏਕ ਅਨੇਕ, ਇੱਕ ਅਕਾਲ ਪੁਰਖ ਅਨੇਕਾਂ ਰੂਪਾਂ ਦੇ ਵਿੱਚ, ਵਿਆਪਕ ਪੂਰਕ, ਪੂਰਕ ਦਾ ਮਤਲਬ ਹੈ ਮੁਕੰਮਲ, ਇੱਕ ਰਸ ਵਿਆਪਕ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ, ਇੱਕੋ ਜਿੰਨਾ। ਜੇ ਆਪਾਂ ਕੀ ਨਾ ਕੀੜੀ ਦੇ ਵਿੱਚ ਛੋਟਾ ਰੱਬ ਹੈ ਤੇ ਬੰਦੇ ਦੇ ਵਿੱਚ ਵੱਡਾ ਹੈ, ਜਾਂ ਹਾਥੀ ਦੇ ਵਿੱਚ ਉਦੋਂ ਵੱਡਾ, ਇਸ ਤਰ੍ਹਾਂ ਨਹੀਂ ਹੈਗਾ। ਉਹਦੀ ਜਿਹੜੀ ਬਖਸ਼ਿਸ਼ ਹੈ, ਉਹਦੀ ਜਿਹੜੀ ਸਮਰੱਥਾ ਹੈ, ਉਹਦੀ ਜਿਹੜੀ ਐਨਰਜੀ ਹੈ, ਪਾਵਰ ਹੈ, ਉਹ ਸਾਰਿਆਂ ਦੇ ਉੱਤੇ ਉਹੋ ਜਿਹੀ ਹੈ, ਓਨੀ ਹੈ। ਤੇ ਭਗਤ ਜੀ ਦਾ ਜਵਾਬ ਜਿਹੜਾ, ਤੇ ਮੇਰੀ ਬੇਨਤੀ ਹੈ ਸਾਧ ਸੰਗਤ, ਜਿੰਨਾ ਕੁ ਆਪਾਂ ਜ਼ੋਰ ਲਾਇਆ ਪਿਛਲੇ 15-20 ਮਿੰਟਾਂ 'ਚ, ਉਹਦਾ ਸਾਰਾ ਤੱਤ ਸਾਰ ਇਹਨਾਂ ਪੰਕਤੀਆਂ ਦੇ ਵਿੱਚ ਹੈ, ਜਿਹੜੇ ਬਚਨ ਭਗਤ ਨਾਮਦੇਵ ਜੀ ਨੇ ਦੁਨੀਆ ਦੇ ਸਨਮੁਖ ਰੱਖੇ। ਤੇ ਇਹ ਬੜਾ ਗੁੱਝਾ ਭੇਦ ਹੈ ਵੀ ਕੱਲਾ ਰੱਬ ਐਡੇ ਵੱਡੇ ਪਸਾਰੇ ਨੂੰ ਕਿਵੇਂ ਚਲਾ ਰਿਹਾ। ਤੇ ਖਾਸ ਤੌਰ ਦੇ ਉੱਤੇ ਜਦੋਂ ਐਲਾਨ ਕੀਤਾ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਹਾਰਾਜ ਨੇ ਵੀ ਸਾਨੂੰ ਕੋਈ ਦਿੱਕਤ ਥੋੜਾ ਹੈ, ਜਿਹੜੀ ਗੱਲ ਤੁਸੀਂ ਕਹਿੰਦੇ ਹੋ ਵੀ ਇੱਕ ਸੰਸਾਰੀ ਹੈ, ਇੱਕ ਭੰਡਾਰੀ ਹੈ, ਇੱਕ ਦੀਵਾਨ ਲਾ ਕੇ ਬੈਠਾ ਹੈ। ਹਜ਼ੂਰ ਕਹਿਣ ਲੱਗੇ ਕੋਈ ਪਰੇਸ਼ਾਨੀ ਦਿੱਕਤ ਵਾਲੀ ਗੱਲ ਨਹੀਂ, ਪਰ ਜਿਹੜੀ ਸਾਡੀ ਸਮਝ ਗੱਲ ਆਈ ਹੈ ਉਹ ਭਾਈ ਸੱਜਣੋ ਇੰਨੀ ਜੇ, ਇਹ ਵੀ ਤਿੰਨੇ ਵਿਚਾਰੇ ਉਸੇ ਦੇ ਕੰਟਰੋਲ ਵਿੱਚ ਨੇ ਜਿਹਦੇ ਕੰਟਰੋਲ ਵਿੱਚ ਤੁਸੀਂ ਹੋ, ਜਿਹਦੇ ਕੰਟਰੋਲ ਵਿੱਚ ਮੈਂ ਆ, ਜਿਹਦੇ ਕੰਟਰੋਲ ਵਿੱਚ ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਤੇ ਹੈਰਾਨੀ ਕੋਣ ਉਹਨਾਂ ਸਾਰਿਆਂ ਨੇ ਸਵਾਲ ਕੀਤਾ, ਮਹਾਰਾਜ ਉਹਦੇ ਪ੍ਰਬੰਧ ਤੋਂ, ਉਹਦੇ ਸਿਸਟਮ ਤੋਂ, ਉਹਦੇ ਪਸਾਰੇ ਤੋਂ ਕੋਈ ਬਾਹਰ ਵੀ ਹੈਗਾ? ਹਜ਼ੂਰ ਕਹਿਣ ਲੱਗੇ ਕਿਉਂ ਨਹੀਂ, ਸਗਲਿਆਂ ਭਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਸਾਧ ਸੰਗਤ, ਕਾਲ ਮੀਨਸ ਟਾਈਮ। ਆਪਾਂ ਸਾਰੇ ਦੇ ਸਾਰੇ ਸਮੇਂ ਦੇ ਪ੍ਰਭਾਵ ਥੱਲੇ ਆ। ਜੇ ਕੋਈ ਬਿਯੋਂਡ ਆਫ ਟਾਈਮ ਹੈ, ਸਮੇਂ ਦੇ ਪ੍ਰਭਾਵ ਤੋਂ ਪਾਰ ਹੈ, ਉਸ ਨੂੰ ਫਿਰ ਕਾਲ ਨਹੀਂ, ਉਹਦੇ ਨਾਂ ਨਾਲ ਅੱਗੇ ਅਗੇਤਰ ਐੜਾ ਲੱਗਿਆ, ਉਹਨੂੰ ਫਿਰ ਆਪਾਂ ਅਕਾਲ ਕਹਿ ਕੇ ਸੰਬੋਧਨ ਕਰਦੇ ਆ। ਤੇ ਭਗਤ ਨਾਮਦੇਵ ਜੀ ਦਾ ਸ਼ਬਦ, ਏਕ ਅਨੇਕ ਵਿਆਪਕ ਪੂਰਕ, ਜਤ ਦੇਖੋ ਤਤ ਸੋਈ, ਮਾਇਆ ਚਿੱਤਰ ਵਿਚਿੱਤਰ ਵਿਮੋਹਿਤ, ਬਿਰਲਾ ਬੂਝੈ ਕੋਈ। ਅੱਗੇ ਰਹਾਉ ਵਾਲਾ ਬੰਦ ਹੈ। ਤੇ ਜਿਹੜਾ ਆਪਣਾ ਸਵਾਲ ਸੀਗਾ, ਕੱਲਾ ਰੱਬ ਐਡੇ ਵੱਡੇ ਪਸਾਰੇ ਨੂੰ ਕਿਵੇਂ ਸੰਭਾਲ ਰਿਹਾ ਹੈ, ਤੇ ਆਮ ਸਾਧਾਰਨ ਜਨ ਜੀਵਨ ਦੇ ਵਿੱਚੋਂ ਭਗਤ ਨਾਮਦੇਵ ਜੀ ਐਗਜ਼ਾਮਪਲ, ਉਦਾਹਰਨ ਲੈ ਕੇ ਸਾਨੂੰ ਸਾਰਿਆਂ ਨੂੰ ਸਮਝਾਉਂਦੇ ਨੇ। ਕਹਿਣ ਲੱਗੇ ਬਿਲਕੁਲ ਉਸੇ ਤਰ੍ਹਾਂ ਜਿਵੇਂ ਧਾਗਾ ਇੱਕ ਹੈ, ਪਰ ਉਸ ਧਾਗੇ ਨੇ ਦੇ ਨਾਲ ਕਿੰਨੇ ਹੀ ਮੋਤੀ ਪਰੋ ਕੇ ਉਹਦੀ ਮਾਲਾ ਬਣਾਈ ਗਈ। ਤੇ ਐਵੇਂ ਨਹੀਂ ਆਖਿਆ ਜਾ ਸਕਦਾ ਕਿ ਉਹ ਧਾਗਾ ਕਿਸੇ ਮੋਤੀ ਵਿੱਚ ਘੱਟ ਹੈ, ਕਿਸੇ ਮੋਤੀ ਵਿੱਚ ਵੱਧ ਹੈ। ਪਰ ਕਮਾਲ ਦੀ ਗੱਲ ਹੈ, ਉਹ ਧਾਗਾ ਸਾਰੇ ਮੋਤੀਆਂ ਨੂੰ ਉਵੇਂ ਇਕੱਠੇ ਕਰਕੇ ਰੱਖਦਾ, ਤੇ ਉਸ ਧਾਗੇ ਦੇ ਵਾਂਗ ਹੀ ਪਰਮ ਪਿਤਾ ਪਰਮੇਸ਼ਰ ਇਸ ਬ੍ਰਹਿਮੰਡ ਦੇ ਪਸਾਰੇ ਦੇ ਵਿੱਚ ਪਸਰਿਆ ਹੋਇਆ ਹੈ। ਰਹਾਉ ਵਾਲਾ ਬੰਦ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ,
गोबिंद बिन नहीं कोई, सूत एक मन सत सहंस जैसे, ओत पोत प्रभ सोई, सूत्र एक धागा एक मोती अनेक, ते वो धागा सारियां दे विच ओत पोत इको जिहा समाया होया बिल्कुल उसे तरह। ते ये किरपा ये बख्शिश गुरु ग्रंथ साहब ने कीती। गुरु अर्जन साहब जी दे बड़े मुबारक बोल ने, जदों मेरे दाते ने ये बख्शिश कीती, आखिया सजना नौ निध अमृत प्रभ का नाम, देही मैं इसका विश्राम। कायों देवा काया देवल, काया जंगम जाति, काया धूप दीप नहीं बेदा, काया पूजो पाती। हजूर ने अगे बख्शिश की, कहन लगे सजनों ना कछ आए बो, काया बो खंड खोजते नव निध पाई, ना कछ आए बो ना कछ जाए बो, राम की दोहाई। अखीरला बंद है, जो ब्रह्मंडे जो संसार दे विच है, सोई पिंडे ओही सारा कुछ बंदे दी बॉडी विच है, शरीर दे विच है। ते महाराज सानू मिलदा क्यों नहीं? हजूर कहन लगे जो खोजै सो पावे। अंदर जाना औखा है ना, बाहर दिसै चानना दिल अंधियारी रात। अंदर ते बंदा उदों जाएगा ना जदों ज्ञान का प्रकाश होएगा, जदों किरपा का पात्र बनेगा। तो ये कमाल का अगे बंद है, रहाओ दा दूजी पंक्ति है जड़ी, उहदे विच हजूर ने इहो बख्शिश की है, जो ब्रह्मंडे सोई पिंडे, जो खोजै सो पावै, पीपा प्रणवै परम तत् है, तत् है सतगुर हुए लखावै। हजूर ने अगे कृपा बख्शिश की, हार हार कृपाल कृपा प्रभ धारी, गुर ज्ञान दियो मन समझा। इस गल दे विच कोई अतकथनी नहीं। समुचे गुरु ग्रंथ साहब दे विच जदों आपां गुर प्रसाद की गल करते हैं, भाव बड़ा स्पष्ट है, गुरु की कृपा गुरु की बख्शिश। साध संगत जिन्हें आपां मीडिया के माध्यम राही घरां दे विच सुन रहे हैं, जां आपां दरबार दे विच सज बैठे हैं, साडे विचों कोई भी ऐसा नहीं जड़ा गुरु की कृपा नहीं लैनी चाहुंदा। मैनू भी लोड़ है ते आपां सारे कृपा बख्शिश दे पात्र बनना चाहुंदे हैं, पर जिस ढंग नाल जिस कर्म नाल कृपा मिलनी है, वो कोई टावा है जड़ा करन वास्ते मैंटली प्रपेयर है, तैयार है। अदरवाइज मेरे हजूर सच्चे पातशाह जी महाराज कृपा बख्शिश करते हैं, कहन लगे सज्जनों सेवक सिख पूजन सब आवें, सब गावें, हर हर उत्तम बाणी, गाविया सुनिया तिन का हर थाएं पावै, जिन सतगुर की आग्या सत सत कर माने। साध संगत जे तुसी गुस्सा ना करो तो मैं एक बेनती होर करदा जावां। गुरु नानक साहब पातशाह जी महाराज के घर विच जड़ा दुनिया का फलसफा है वो नहीं चलता। इत्थे दो ते दो तीन भी हो सकते ने ते पंज भी हो सकते ने, पर कदों जदों कोई बंदा किरपा दा बख्शिश दा पात्र बनता है। बड़े अनन सिख ने गुरु नानक साहब पातशाह जी महाराज के चरनां दे भौरे। भाई मनसुख है, भाई भगीरथ है, जिन्ने आपां नां लै लईए घट ने, पर इस गल दे विच भूरा शक नहीं हैगा, जिस किरपा दा पात्र भाई लहणा बनिया वो किसी होर दे हिस्से नहीं है। इनू गुरु तेग बहादुर साहब पातशाह जी महाराज बख्शिश करदियां कहन लगे, गुर किरपा जे नर को कीनी ते ए जुगत पछानी, नानक
ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਜਿਹੜਾ ਬੰਦਾ ਕਿਰਪਾ ਦਾ ਬਖਸ਼ਿਸ਼ ਦਾ ਪਾਤਰ ਬਣ ਗਿਆ। ਅੱਜ ਹਜ਼ੂਰ ਕੀ ਕਿਰਪਾ ਕਰ ਰਹੇ ਨੇ, ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ। ਜਦੋਂ ਆਪਾਂ ਜਪਜੀ ਸਾਹਿਬ ਦੇ 5 ਖੰਡਾਂ ਦਾ ਜ਼ਿਕਰ ਕਰਨੇ ਆ, ਮੈਂ ਟੂਕ ਮਾਤਰ ਬੇਨਤੀ ਲੱਗਾ ਕਰਨ, ਤੇ ਆਪਾਂ ਇੱਥੋਂ ਗੱਲ ਸ਼ੁਰੂ ਕਰਾਂਗੇ ਵੀ ਜੇ ਸੱਜਣਾ ਸੱਚਖੰਡ ਦਾ ਵਾਸੀ ਬਣਨਾ ਚਾਹੁੰਦਾ ਹੈ ਤੇ ਐਸਾ ਬਿਲਕੁਲ ਨਹੀਂ ਹੈਗਾ ਕਿ ਬੰਦੇ ਦੀ ਕੋਈ ਗਲਤੀ ਜਾਂ ਕਸੂਰ ਨਹੀਂ ਹੈਗਾ। ਬਾਕੀ ਸਾਰੀ ਥਾਵਾਂ ਤੇ ਜ਼ਿੰਦਗੀ ਦੇ ਵਿੱਚ ਅਸੀਂ ਕਿਤੇ ਵੀ ਇਹ ਐਗਜ਼ਾਮਪਲ ਜਾਂ ਇਸ ਤਰ੍ਹਾਂ ਦੇ ਲਫ਼ਜ਼ ਨਹੀਂ ਬੋਲਦੇ, ਪਰ ਧਾਰਮਿਕ ਜਗਤ ਦੇ ਵਿੱਚ ਸਾਡੀ ਬੋਲੀ ਇਸ ਤਰ੍ਹਾਂ ਹੁੰਦੀ ਹੈ ਵੀ ਜਿਵੇਂ ਸਭ ਤੋਂ ਸੱਚੇ ਬੰਦੇ ਦੁਨੀਆ 'ਚ ਆਪਾਂ ਹੀ ਆ। ਗੁਰਦੁਆਰੇ ਨਹੀਂ ਆਏ, ਬੜਾ ਵਧੀਆ ਜਵਾਬ ਹੈ, ਮਹਾਰਾਜ ਨਹੀਂ ਲੈ ਕੇ ਆਏ। ਅੰਮ੍ਰਿਤ ਨਹੀਂ ਛਕਿਆ, ਮਹਾਰਾਜ ਦਾ ਹੁਕਮ ਨਹੀਂ ਹੋਇਆ। ਤੁਸੀਂ ਮੈਨੂੰ ਦੱਸੋ ਵੀ ਮਹਾਰਾਜ ਨੇ ਕਦੋਂ ਹੁਕਮ ਰੋਕਿਆ ਵੀ ਤੂੰ ਅੰਮ੍ਰਿਤ ਨਾ ਛਕ? ਜਦੋਂ ਬਾਕੀ ਜਿਹੜੀ ਕਾਰਵਾਈ ਹੈ ਸਾਰੇ ਦਿਨ ਦੀ, ਕਾਰ ਪੈਂਚਰ ਹੋ ਗਈ, ਕਦੀ ਆਪਾਂ ਕਿਹਾ ਮਹਾਰਾਜ ਆ ਕੇ ਲਵਾਏਗਾ? ਕੰਮ ਤੇ ਨਹੀਂ ਗਏ, ਕਦੀ ਅਸੀਂ ਇਸ ਤਰ੍ਹਾਂ ਦਾ ਜਵਾਬ? ਹਾਂ, ਉਦੋਂ ਅਸੀਂ ਲਫ਼ਜ਼ ਵਰਤਦੇ ਹਾਂ ਵੀ ਜਦੋਂ ਸਾਡੇ ਆਪੇ ਤੋਂ ਬਾਹਰ ਹੋ ਜਾਂਦੀ ਹੈ ਗੱਲ। ਕੰਨਾਂ ਨਾਲ ਸੁਣ ਕੇ ਐਵੇਂ ਲੱਗਦਾ ਹੈ ਵੀ ਜਿੰਨਾ ਹੁਕਮ ਅਸੀਂ ਗੁਰੂ ਦਾ ਤੇ ਰੱਬ ਦਾ ਮੰਨਿਆ, ਇਹਨਾਂ ਦੁਨੀਆ 'ਚ ਕਿਸੇ ਨੇ ਨਹੀਂ ਮੰਨਿਆ। ਤੇ ਜਦੋਂ ਸੱਚਾਈ ਕੀ ਹੈ? ਸੱਚਾਈ ਇਹ ਹੈ ਵੀ ਇਹ ਸਾਡੇ ਕਲੇਵਰ ਮਾਈਂਡ ਦੇ ਵਿੱਚੋਂ ਨਿਕਲੀ ਹੋਈ ਵਿਆਖਿਆ ਹੈ, ਜਿਹਨੂੰ ਆਪਾਂ ਕਹਿੰਦੇ ਆ ਮਨ ਨੂੰ ਝੂਠੀ ਤਸੱਲੀ ਦੇਣੀ, ਹੋਰ ਕੁਝ ਨਹੀਂ ਹੈਗਾ। ਗੁਰੂ ਪਿਆਰੀ ਸਾਧ ਸੰਗਤ, ਮੈਨੂੰ ਖਿਮਾ ਕਰਿਆ ਜੇ ਇਹ 3 ਪੜਾਅ ਸੱਚਖੰਡ ਦੇ ਵਾਸੀ ਬਣਨ ਵਾਸਤੇ, ਧਰਮ ਖੰਡ, ਗਿਆਨ ਖੰਡ, ਸ਼ਰਮ ਖੰਡ, ਇਹ 3 ਪੜਾਅ ਬੰਦੇ ਦੇ ਆਪਣੇ ਹੱਥ ਵੱਸ ਨੇ, ਬੰਦਾ ਕਰ ਸਕਦਾ ਹੈ। ਹਾਂ, ਇੱਕ ਗੱਲ ਹੋਰ ਚੇਤੇ ਰੱਖਿਆ ਜੇ, ਧਾਰਮਿਕ ਜਗਤ ਦੇ ਵਿੱਚ ਧੱਕਾ ਬਿਲਕੁਲ ਨਹੀਂ ਹੈਗਾ। ਬਾਬੇ ਪਿਰਥੀ ਚੰਦ ਨੇ ਬੜਾ ਹੀ ਧੱਕਾ ਕੀਤਾ, ਬਾਬੇ ਰਾਮ ਰਾਏ ਨੇ ਬੜਾ ਹੀ ਧੱਕਾ ਕੀਤਾ, ਬਾਬਾ ਦਾਤੂ, ਬਾਬਾ ਦਾਸੂ ਗੁਰੂ ਪੁੱਤਰ ਹੋਣ ਦਾ, ਬਾਬਾ ਸ਼੍ਰੀ ਚੰਦ, ਬਾਬਾ ਲక్ష్ਮੀ ਦਾਸ ਬੜਾ ਦਾਅਵਾ ਕਰਦੇ ਰਹੇ ਨੇ, ਕਲੇਮ ਕਰਦੇ ਰਹੇ ਨੇ। ਈਵਨ ਅੱਜ ਤੱਕ ਵੀ ਉਹਨਾਂ ਦੇ ਖਾਨਦਾਨ ਦੇ ਵਿੱਚੋਂ ਲੋਕ ਗੱਦੀਆਂ ਲਾ ਕੇ ਬਹਿੰਦੇ ਨੇ, ਪਰ 2 ਦਰਜਨ ਦੇ ਕਰੀਬ ਸਾਹਿਬਜ਼ਾਦੇ ਨੇ ਗੁਰੂਆਂ ਦੇ। ਸਿੱਖੀ ਬਾਏ ਬਰਥ ਨਹੀਂ ਹੈਗੀ, ਸਿੱਖੀ ਕਮਾਈ ਦਾ ਧਰਮ ਹੈ। ਸਿੱਖੀ ਕਿਹਦੀ ਹੈ? ਜਿਨ੍ਹਾਂ ਗੁਰੂ ਦੀ ਸਿੱਖਿਆ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕੀਤਾ। ਜਦੋਂ ਵੀ ਆਪਾਂ ਅਰਦਾਸ ਕਰਦੇ ਹਾਂ ਤੇ ਅੱਖਰ ਕੀ ਬੋਲਦੇ ਹਾਂ? 5 ਪਿਆਰਿਆਂ, ਅੱਗੇ ਬਚਨ ਕਰੋਗੇ ਜੀ, 4 ਸਾਹਿਬਜ਼ਾਦਿਆਂ, ਤੇ ਸਾਹਿਬਜ਼ਾਦੇ ਦੇ 24 ਦੇ ਕਰੀਬ ਨੇ, 25 ਦੇ ਕਰੀਬ, 2 ਦਰਜਨ ਤੋਂ ਵੱਧ ਸਾਹਿਬਜ਼ਾਦੇ ਨੇ। ਭਾਵ ਕੀ ਹੈ? ਭਾਵ ਹੈ ਕਿ ਇੱਥੇ ਪ੍ਰਵਾਨਗੀ ਉਸੇ ਦੀ ਹੈ ਜਿਨ੍ਹਾਂ ਗੁਰੂ ਦੇ ਬਚਨਾਂ ਨੂੰ ਸੱਤ ਕਰਕੇ ਮੰਨਿਆ, ਜਿਨ੍ਹਾਂ ਜਿੱਥੇ ਜਿੱਥੇ ਜਿੰਨੀ ਆਪਣੀ ਅਕਲ ਵਿਖਾਈ ਹੈ, ਉਹ ਓਨਾ ਹੀ ਆਪਣੇ ਅਕਲ ਦੇ ਪੱਧਰ ਉੱਤੇ ਜ਼ਿੰਦਗੀ ਤਾਂ ਜਿਉਂਦਾ ਰਿਹਾ ਹੈ, ਪਰ ਗੁਰੂ ਦੀ ਕਿਰਪਾ ਬਖਸ਼ਿਸ਼ ਦਾ ਪਾਤਰ ਨਹੀਂ ਬਣਿਆ। ਗ੍ਰੰਥ ਵੀ ਲਿਖੇ, ਅੱਜ ਵੀ ਥੋੜੇ ਗ੍ਰੰਥ ਲੋਕਾਂ ਨੇ ਲਿਖੇ ਨੇ, ਤੇ ਕਿੱਥੇ ਕੋਈ ਕੌਡੀ ਮੁੱਲ ਨਹੀਂ ਸਮਾਜ 'ਚ ਉਹਨਾਂ ਦਾ ਹੈਗਾ। ਰੀਸ ਕਰਨੀ, ਬੜਾ ਰੀਸਾਂ ਕਰੈ ਤਿਨਾੜੀਆਂ, ਜੋ ਸੇਵੈ ਦਰ ਖੜੀਆਂ। ਕੱਲੀ ਰੀਸ ਨਾਲ ਥੋੜਾ ਧਰਮ ਜੀਵਨ ਦੇ ਵਿੱਚ, ਧਰਮ ਤਾਂ ਕਮਾਈ ਦਾ ਨਾਂ ਹੈ, ਧਰਮ ਇੱਕ ਉੱਚੇ ਜੀਵਨ ਦਾ, ਉੱਤੇ ਕਰੈਕਟਰ ਦਾ ਨਾਂ ਹੈ। ਤੇ ਇੱਥੇ ਹਜ਼ੂਰ ਨੇ ਜਿਹੜੇ ਅਗਲੇ ਲਫ਼ਜ਼ ਵਰਤੇ ਨੇ, ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਗੁਰ ਗਿਆਨ ਦਿਓ ਮਨ ਸਮਝਾ। ਇਹਦਾ ਮੈਂ ਦੂਜਾ ਪੱਖ ਵੀ ਮੈਂ ਆਪ ਜੀ ਦੇ ਸਨਮੁਖ ਰੱਖਦਾ ਜਾਵਾਂ, ਤੇ ਇਹ ਆਮ ਘਟਨਾਕ੍ਰਮ ਸਾਡੇ ਸਾਰਿਆਂ ਦੀ ਜ਼ਿੰਦਗੀ ਵਿੱਚ ਵਾਪਰਦਾ। ਕਿਸੇ ਵੇਲੇ ਕੋਈ ਬੱਚਾ ਸਾਰਾ ਸਾਲ ਮੁਸ਼ੱਕਤ ਕਰਦਾ, ਪਰ ਜਦੋਂ ਘਾਲਣਾ ਦਾ ਰਿਜ਼ਲਟ ਦਾ ਵੇਲਾ ਆਉਂਦਾ, ਸਰੀਰ ਢਿੱਲਾ ਪੈ ਜਾਂਦਾ। ਕਿਸੇ ਵੇਲੇ ਕੋਈ ਬੰਦਾ ਕਿੰਨਾ ਲੰਮਾ ਸਮਾਂ ਕਿਸੇ ਈਵੈਂਟ ਦੀ ਤਿਆਰੀ ਕਰਦਾ, ਪਰ ਜਦੋਂ ਨਤੀਜੇ ਦਾ ਵੇਲਾ ਆਉਂਦਾ, ਮਸਲ ਪੁੱਲ ਹੋ ਗਿਆ, ਲੱਤ ਢਿੱਲੀ ਹੋ ਗਈ। ਇਹਨੂੰ ਕੀ ਕਹਿੰਦੇ ਨੇ? ਮੈਂ ਕਿਸੇ ਦਾ ਨਾਂ ਨਾ ਲਵਾਂ, ਆਪਣੀ ਗੱਲ ਕਰਦਾ ਜਾਵਾਂ ਵੀ ਕਈ ਬੰਦੇ ਐਸੇ ਨੇ ਜਿਹੜੇ ਮਿੱਟੀ ਨੂੰ ਹੱਥ ਪਾਉਂਦੇ ਨੇ, ਉਹ ਸੋਨਾ ਹੋ ਜਾਂਦੀ ਹੈ, ਤੇ ਕਈ ਐਸੇ ਨੇ ਜਿਹੜੇ ਚੱਲਦੇ ਸਿਸਟਮ 'ਚ ਜਾਂਦੇ ਨੇ ਤੇ ਉਹ ਵੀ ਖਲੋ ਜਾਂਦਾ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ
ਕਾਰਨ ਮੇਰੇ ਹਜ਼ੂਰ ਕਹਿਣ ਲੱਗੇ, ਕਬੀਰ ਕਾਰਨ ਬਪਰਾ ਕਿਆ ਕਰੇ। ਇਹ ਹੈ ਸਾਧ ਸੰਗਤ ਕਿਰਪਾ, ਇਹ ਹੈ ਬਖਸ਼ਿਸ਼। ਜੋ ਰਾਮ ਨਾ ਕਰੇ ਸਹਾਏ, ਜੇ ਰੱਬ ਹੀ ਤੇਰੇ ਨਾਲ ਨਹੀਂ ਹੈਗਾ, ਤੇ ਜੇ ਰੱਬ ਨਾਲ ਹੈ ਤੇ ਫਿਰ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ। ਜੇ ਰੱਬ ਨਾਲ ਹੈ ਤੇ ਫਿਰ ਕਾਰਜ ਤੇਰਾ ਨਹੀਂ ਹੈਗਾ, ਫਿਰ ਕੰਮ ਰੱਬ ਦਾ ਹੈ, ਤੇ ਰੱਬ ਦਾ ਕੰਮ ਦੱਸੋ ਕਿੱਥੇ ਖਲੋ ਜਾਏਗਾ। ਫਿਰ ਪੰਕਤੀ ਮੁਕੰਮਲ ਪੜ੍ਹ ਲਈਏ, ਕਬੀਰ ਕਾਰਨ ਬਪਰਾ ਕਿਆ ਕਰੇ, ਜੋ ਰਾਮ ਨਾ ਕਰੇ ਸਹਾਏ, ਜੇਹ ਜੇਹ ਡਾਲੀ ਪੱਗ ਧਰੋਂ। ਡਾਲੀ ਕਹਿੰਦੇ ਨੇ ਟਹਿਣੀ ਨੂੰ, ਉਹ ਬੰਦਾ ਜਿਹੜੀ ਟਹਿਣੀ ਨੂੰ ਵੀ ਹੱਥ ਪਾਉਂਦਾ ਸੋਈ ਮੁਰ ਮੁਰ ਜਾਏ, ਉਹੀ ਟੁੱਟ ਜਾਂਦੀ ਹੈ। ਤੇ ਜਿੱਥੇ ਕਿਰਪਾ ਹੈ, ਜਿੱਥੇ ਬਖਸ਼ਿਸ਼ ਹੈ, ਉਹ ਤੇ ਭਾਈ ਬਚਿੱਤਰ ਸਿੰਘ ਦੇ ਵਾਂਗ ਫਿਰ ਨਾਗਨੀ ਹੱਥ ਦੇ ਵਿੱਚ ਫੜ ਕੇ ਤੇ ਹਾਥੀ ਦੇ ਜਾ ਮੱਥੇ ਦੇ ਵਿੱਚ ਮਾਰਦਾ ਤੇ ਹਾਥੀ ਅੱਬੜ ਵਾਏ। ਤੇ ਜੇ ਉਹ ਸਾਰਾ ਭਾਰ ਤੋਲੀਏ ਤਾਂ ਭਾਈ ਬਚਿੱਤਰ ਸਿੰਘ 50 ਕਿਲੋ ਤੋਂ ਨਹੀਂ ਵੱਧ ਬਣਦਾ, ਤੇ ਕੱਦ ਦਾ ਵੀ ਬਿਲਕੁਲ ਛੋਟਾ ਜਿਹਾ ਹੈ। ਖੇਡ ਇੱਥੇ ਸਾਰੀ ਕਿਰਪਾ ਦੀ ਹੈ, ਸਾਰੀ ਬਖਸ਼ਿਸ਼ ਦੀ ਹੈ। ਤੇ ਜੇ ਦੁਨੀ ਚੰਦ ਬਖਸ਼ਿਸ਼ ਤੋਂ ਵਾਂਝ ਹੈ ਤੇ ਗੁਰੂ ਤੋਂ ਬੇਮੁਖ ਹੋ ਕੇ ਲੱਤ ਵੀ ਟੁੱਟ ਗਈ, ਦੁਨੀਆ ਤੋਂ ਵੀ ਰੁਖਸਤ ਹੋ ਗਿਆ। ਤੇ ਅੱਜ ਤੱਕ ਆਪਾਂ ਇਹ ਵਚਨ ਕਹਿੰਦੇ ਆ, ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ। ਪੁੱਛੋ ਬਬੇਕੀਆਂ ਜਾਏ, ਹਜ਼ੂਰ ਨੇ ਕਿਰਪਾ ਕੀਤੀ, ਗੁਰ ਗਿਆਨ ਦਿਓ ਮਨ ਸਮਝਾ। ਗੁਰੂ ਪਿਆਰੀ ਸਾਧ ਸੰਗਤ, ਇਹ ਜਿਹੜਾ ਮੇਰੇ ਸਤਿਗੁਰਾਂ ਨੇ ਗਿਆਨ ਲਫ਼ਜ਼ ਵਰਤਿਆ, ਘੱਟੋ ਘੱਟ 1 ਘੰਟਾ ਸਾਨੂੰ ਇਹਦੇ ਉੱਤੇ ਵਿਚਾਰ ਕਰਨ ਦੇ ਲਈ ਚਾਹੀਦਾ। ਪਰ ਇਹ ਚੇਤੇ ਰੱਖਿਆ ਜੇ, ਜੋ ਮੇਰੀ ਸਮਝ ਹੈ, ਜਾਣਕਾਰੀ ਦੀ, ਇਨਫੋਰਮੇਸ਼ਨ ਦੀ ਘਾਟ ਨਹੀਂ ਹੈਗੀ। ਸਾਰਿਆਂ ਦੇ ਕੋਲ ਫੋਨ ਨੇ, ਫੋਨ ਦੇ ਵਿੱਚ ਗੂਗਲ ਹੈ, ਗੂਗਲ ਦੇ ਵਿੱਚ ਮੁੱਢਲੀ ਜਾਣਕਾਰੀ ਚੰਗੀ ਜਾਂ ਮਾੜੀ ਉਹ ਵੱਖਰਾ ਵਿਸ਼ਾ ਹੈ, ਹਰ ਸਬਜੈਕਟ ਦੀ ਪਈ ਹੋਈ ਹੈ। ਪਰ ਦੱਸੋ ਸਮਾਜ ਦੇ ਵਿੱਚ ਬੁਰਾਈਆਂ ਘਟ ਗਈਆਂ ਨੇ, ਚੋਰੀਆਂ ਘਟ ਗਈਆਂ ਨੇ, ਲਾਲਚ ਘਟ ਗਿਆ, ਕ੍ਰਾਈਮ ਤੇ ਰੇਸ਼ੋ ਜਿਹੜੀ ਉਹ ਚੰਗੇ ਚੰਗੇ ਮੁਲਕਾਂ ਦੇ ਵਿੱਚ ਵੀ ਇੰਨੇ ਸਾਧਨ ਆਉਣ ਦੇ ਬਾਵਜੂਦ ਵੀ ਵੱਧ ਰਹੀ ਹੈ, ਘਟ ਨਹੀਂ ਰਹੀ। ਕਾਰਨ ਕੀ ਹੈ? ਕਾਰਨ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹਨੂੰ ਗਿਆਨ ਕਿਹਾ ਗਿਆ ਹੈ, ਉਹਦਾ ਮਤਲਬ ਹੈ ਜੋ ਕੁਝ ਪੜ੍ਹਿਆ, ਜੋ ਕੁਝ ਸੁਣਿਆ, ਜੋ ਕੁਝ ਬੋਲਿਆ, ਉਹ ਤੇਰੇ ਅਮਲ ਦਾ ਵੀ ਹਿੱਸਾ ਹੋਵੇ। ਮੈਂ ਉਦਾਹਰਨ ਵਰਤ ਲਵਾਂ, ਕੰਟੈਂਟਮੈਂਟ, ਸੰਤੋਖ ਦੀਆਂ ਗੱਲਾਂ ਕਰਨੀਆਂ ਕੋਈ ਵੀ ਕਰ ਸਕਦਾ ਜੀ ਪੜ੍ਹ ਕੇ। ਮੁੱਲ ਕਿਹਦਾ? ਸੰਤੋਖੀ ਹੋਣ ਦਾ। ਲੋਭ ਨੂੰ ਮਾੜਾ ਹਰ ਕੋਈ ਕਹਿ ਸਕਦਾ, ਮੁੱਲ ਕਿਹਦਾ? ਜਿਹੜਾ ਲੋਭ ਨਾ ਕਰੇ। ਹੰਕਾਰ ਦੇ ਬਾਬਤ ਬਹੁਤ ਗੱਲਾਂ ਕੀਤੀਆਂ ਜਾ ਸਕਦੀਆਂ, ਮੁੱਲ ਕਿਹਦਾ? ਜੇ ਹੰਕਾਰ ਸੱਚੀ ਮੁੱਚੀ ਜੀਵਨ ਵਿੱਚੋਂ ਮੁੱਕ ਜਾਏ, ਘਟ ਜਾਏ, ਖਤਮ ਹੋ ਜਾਏ। ਰਾਗੀ ਸਿੰਘਾਂ ਨੇ ਜਦੋਂ ਆਸਾ ਦੀ ਵਾਰ ਸਮਾਪਤ ਕੀਤੀ ਹੈ ਤੇ ਕੀ ਬਚਨ ਪੜ੍ਹੇ ਸੀਗੇ? ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ। ਤੁਸੀਂ ਦੱਸੋ ਵੀ ਹਰਨਾਕਸ਼ ਮਰ ਗਿਆ ਦੁਨੀਆ ਦੇ ਵਿੱਚੋਂ? ਹਰਨਾਕਸ਼ ਤੇ ਸਗੋਂ ਹੋਰ ਚੌੜਾ ਹੋ ਕੇ ਸੰਸਾਰ, ਹਰਨਾਕਸ਼ ਹੰਕਾਰ ਦਾ ਪ੍ਰਤੀਕ ਹੈ, ਗੰਗੂ ਲੋਭ ਦਾ ਪ੍ਰਤੀਕ ਹੈ। ਅੱਜ ਕੋਈ ਵੀ ਲਾਲਚੀ ਬੰਦਾ ਸਾਨੂੰ ਮਿਲਦਾ ਤੇ ਆਪਾਂ ਕੀ, ਛੱਡੋ ਜੀ ਗੰਗੂ ਦੀ ਔਲਾਦ ਹੈ, ਛੱਡੋ ਕਾੜਾ ਇਹਦਾ। ਹਜ਼ੂਰ ਬਖਸ਼ਿਸ਼ ਕਰਦਿਆਂ ਕਹਿਣ ਲੱਗੇ ਪਹਿਲੇ ਬੰਦ ਵਿੱਚ, ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀ ਜੈ ਹਰ ਬਾਂਝਾ। ਤਿਨ ਸੁਣੀਂਦੇ ਫਿਰੈ ਬਿਨ ਨਾਵੈ, ਓਏ ਖਪ ਖਪ ਮੂਏ ਕਰਾਂਜਾ। ਹੇ ਭਾਈ, ਇਹ ਰੀਅਲਾਈਜੇਸ਼ਨ ਆਫ ਰਿਸਪੌਂਸਿਬਿਲਟੀ ਹੈ। ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਰੱਬ ਦਾ ਨਾਂ ਨਹੀਂ ਵਸਿਆ, ਉਹ ਭਾਈ ਜੇ ਸਮਾਜ ਨੂੰ ਅੱਗੇ ਵਧਾਉਂਦੇ ਨੇ, ਉਹ ਸਾਖਤ ਹੀ ਬਣਾਉਣਗੇ,
ਉਹਦੇ ਨਾਲੋਂ ਚੰਗਾ ਹੈ ਕਿ ਭਾਈ ਇੱਕ ਦਾਨੇ ਕਵੀ ਦੇ ਬੋਲ ਨੇ, ਜਨਨੀ ਜਣੈ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਂਝ ਰਹਿ, ਕਾਹੇ ਗਵਾਵੈ ਨੂਰ। ਅਗਲਾ ਬੰਦ, ਹਰ ਕੀਰਤ ਕਲ ਯੁਗ ਪਦ ਉਤਮ। ਕਲਯੁਗ ਦੇ ਵਿੱਚ ਸਭ ਤੋਂ ਉੱਤਮ ਕਰਮ ਹੈ ਹਰੀ ਦੀ ਕੀਰਤੀ, ਉਸ ਮਾਲਕ ਦੀ ਸਿਫਤੋ ਸਲਾਹ। ਹਰ ਪਾਈਐ ਸਤ ਗੁਰ ਮਾਝਾ, ਹੋਂ ਬਲਿਹਾਰੀ ਸਤ ਗੁਰ ਆਪਣੇ, ਜਿਨ ਗੁਪਤ ਨਾਮ ਪਰ ਗਾਜਾ। ਮੈਂ ਆਪਣੇ ਗੁਰੂ ਤੋਂ ਕੁਰਬਾਨ ਹਾਂ, ਬਲਿਹਾਰ ਹਾਂ, ਜਿਨੇ ਗੁਪਤ ਨਾਮ ਨੂੰ ਮੇਰੇ ਜੀਵਨ ਦੇ ਵਿੱਚੋਂ ਪ੍ਰਗਟ ਕਰ ਦਿੱਤਾ। ਦਰਸ਼ਨ ਸਾਧ ਮਿਲਿਓ ਵਡ ਭਾਗੀ, ਸਭ ਕਿਲ ਵੇਖ ਗਏ ਗਵਾਜਾ। ਸਤਿਗੁਰ ਚਾਹੋ ਪਾਇਆ ਵਡ ਦਾਨ, ਹਰ ਕੀਏ ਬਹੁ ਗੁਣ ਸਾਂਝਾ। हे ਭਾਈ, ਮੈਂ ਉਸ ਗੁਰੂ ਤੋਂ ਕੁਰਬਾਨ ਹਾਂ, ਬਲਿਹਾਰ ਹਾਂ, ਜਿਹਦੀ ਕਿਰਪਾ ਦੇ ਨਾਲ ਰੱਬੀ ਗੁਣਾਂ ਦੀ ਸਾਂਝ ਬਣੀ ਹੈ। ਅਖੀਰਲਾ ਬੰਦ, ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਝਾ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਜਿਹੜੇ ਭਾਈ ਕਿਰਪਾ ਦੇ ਪਾਤਰ ਬਣ ਜਾਂਦੇ ਨੇ, ਉਹਨਾਂ ਦੇ ਬਾਬਤ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਬਚਨ ਕਿਰਪਾ ਕੀਤੇ ਗਏ। ਰੇ ਰੇ ਦਰਗਾਹ ਕਹਿ ਨਾ ਕੋਊ, ਆਓ ਬੈਠ ਆਦਰ ਸ਼ੁਭ ਦੇਉ। ਉਹਨਾਂ ਦੇ ਬਾਬਤ ਆਖਿਆ ਗਿਆ ਕਿ ਭਾਈ ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਉਰਵਾਰ ਪਾਰ ਕੇ ਦਾਨੀਆਂ, ਲਿਖ ਲਿਹੋ ਆਲ ਪਤਾਲ, ਮੋਹੇ ਜਮ ਡੰਡ ਨਾ ਲੱਗਈ, ਤਜੀਅਲੇ ਸਰਬ ਜੰਜਾਲ। ਇੱਕ ਇੱਕ ਪੰਕਤੀ ਬਹੁਤ ਹੀ ਅੱਜ ਦੇ ਹੁਕਮਨਾਮੇ ਦੀ ਵਡਮੁੱਲੀ ਸੀ, ਪਰ ਸਮੇਂ ਨੇ ਆਪਣਾ ਪੰਧ ਮੁਕਾ ਲਿਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਬਖਸ਼ਿਸ਼ ਕਰਨ। ਜੇ ਰਹਿੰਦੇ ਸਮੇਂ ਦੇ ਵਿੱਚ ਦੁਬਾਰਾ ਸਾਹਿਬ ਨੇ ਬਖਸ਼ਿਸ਼ ਕੀਤੀ, ਹੁਕਮ ਆਇਆ, ਤੇ ਇਹਦੀ ਆਪਾਂ ਹੋਰ ਲਮੇਰੀ ਵਿਚਾਰ ਸਾਂਝੀ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਆ, ਜੇ ਭੁੱਲ ਚੁੱਕ ਲਿਖੇਵਾਂ ਗੁਰਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।